ਹੈਲੋ ਗਾਇਸ, ਵੈਲਕਮ ਬੈਕ ਟੂ ਮਾਈ ਚੈਨਲ ਕੈਨੇਡੀਅਨ ਲਾਈਫ। ਸੋ ਕਿਵੇਂ ਹੋ ਤੁਸੀਂ ਸਾਰੇ? ਤੇ ਜਿਹੜੀ ਅੱਜ ਦੀ ਮੇਰੀ ਵੀਡੀਓ ਦਾ ਟੌਪਿਕ ਹੋਗਾ ਉਹ ਹੋਗਾ ਇੰਡੀਆ ਟੂ ਕੈਨੇਡਾ ਦਾ 에ਅਰ ਪ੍ਰੋਸੀਜਰ। ਬੇਸਿਕਲੀ ਇਹ 'ਚ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੀ ਹਾਂ ਕਿ ਜਦੋਂ ਮੈਂ ਐਂਟਰ ਹੋਈ ਸੀਗੀ ਕੈਨੇਡਾ ਔਨ 26 ਜਨਵਰੀ 2022 ਤੇ ਉਹਦੇ ਕੀ ਕੰਡੀਸ਼ਨ ਸੀ ਜੋ ਫੁਲਫਿਲ ਕਰਨੇ ਸੀ, ਕਿਹੜੇ ਡਾਕੂਮੈਂਟ ਸੀ ਜਿਹੜੇ ਰਿਕੁਆਇਰਡ ਸੀ। ਸੋ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਸਟਾਰਟਡ ਆ ਵੀਡੀਓ। ਸੋ ਜਦੋਂ ਸਭ ਤੋਂ ਪਹਿਲਾਂ ਮੈਂ ਦਿੱਲੀ ਐਂਟਰ ਹੋਈ ਸੀਗੀ ਔਨ 25 ਜਨਵਰੀ। तो सब तो पहला उत्थे जाके मैं अपना करवाया सीगा RT-PCR टैसट, दैट इज़ COVID-19 टैसट, जो कि मैंडेटरी आ सानू इंटरनेशनल फ्लाइट लिए थे एज वेल एज डोमैसटिक फ्लाइट लिए। सो अबाउट 6 to 5 आवर्स मैं अपनी फ्लाइट तो पहला टैसट करवाया सीगा RT-PCR टैसट। ते उस तो बाद रिपोर्ट मेरी आई सीगी 5 आवर्स ਦੇ ਵਿੱਚ आ गई सीगी। ते मेरी उस तो बाद मेरी फ्लाइट का टाइम सीगा लाके पैरी हथ तुरिया सी मां दे ओदे हंजुआं च किन्नियां असीसां ने दूर हो के ही समझ अज आई है सीने मावां दे च किन्नियां ही चिसां ने तेरे पैर सोने च मड़ दऊं भावें अजे हाँ बिखरिया मैं ना पिंड दिल चों निकलदा भावें पिंड चों निकलिया मैं ना पिंड दिल चों निकलदा भावें पिंड चों निकलिया मैं। सत्थ पिंड दी सियाणे ਜਦੋਂ ਹੀ ਮੈਂ ਐਂਟਰ ਕੀਤੀ ਸੀਗੀ ਗੇਟ ਆਪਣੀ ਗੇਟ ਨੰਬਰ ਤੋਂ ਉੱਥੇ 에ਅਰਪੋਰਟ ਤੋਂ ਮੈਂ ਐਂਟਰ ਕੀਤੀ ਸੀਗੀ। ਤੇ ਉੱਥੇ ਜਾ ਕੇ ਜਦੋਂ ਹੀ ਆਪਾਂ ਐਂਟਰ ਕਰਦੇ ਸਭ ਤੋਂ ਪਹਿਲਾਂ ਇੱਕ ਬਹੁਤ ਵੱਡੀ ਸਕਰੀਨ ਅਪੀਅਰ ਹੁੰਦੀ ਆ ਜਿੱਥੇ ਸਾਡੀ ਫਲਾਈਟ ਦਾ ਨੰਬਰ ਲਿਖਿਆ ਹੁੰਦਾ ਆ। ਸੋ ਜਦੋਂ ਹੀ ਮੈਂ ਐਂਟਰ ਕੀਤੀ ਉੱਥੇ ਫਲਾਈਟ ਦਾ ਨੰਬਰ ਲਿਖਿਆ ਸੀ ਮੇਰੀ ਫਲਾਈਟ ਦਾ 에ਅਰ ਇੰਡੀਆ ਦਾ। ਮੈਨੂੰ ਦੇਖ ਕੇ ਉਹ ਗੇਟ ਤੇ ਚਲ ਗਈ ਕਿ ਹਾਂ ਜਿਹੜਾ ਕਿ ਮੇਰਾ ਬੋਰਡਿੰਗ ਪਾਸ ਆ ਮੈਨੂੰ A ਤੋਂ ਇਸ਼ੂ ਹੋਣਾ, ਜਿੱਦਾਂ ਉੱਥੇ A B C D ਇਹ ਸਾਰੇ ਕਾਲਮ ਹੁੰਦੇ ਆ। ਤੇ ਜਿੱਥੋਂ ਮੈਨੂੰ ਇਸ਼ੂ ਹੋਣਾ ਸੀਗਾ ਫਿਰ ਮੈਂ ਉਹ ਰੂਟ ਚਲੀ ਗਈ। ਬੇਸਿਕਲੀ ਜਿੱਥੇ ਮੈਂ ਜਾਣਾ ਸੀ 에ਅਰ ਇੰਡੀਆ ਫਲਾਈਟ, ਉਹਦੇ ਵਿੱਚ ਜਿਹੜੇ ਬੋਰਡਿੰਗ ਪਾਸ ਦੀ ਲਾਈਨ ਸੀ ਬਹੁਤ ਵੱਡੀ ਸੀ। ਮੈਨੂੰ ਐਟਲੀਸਟ 45 ਮਿੰਟਸ ਟੂ 1 ਆਵਰ ਲੱਗ ਗਿਆ ਸੀਗਾ ਸਾਰਾ ਪ੍ਰੋਸੈਸ ਕੰਪਲੀਟ ਕਰਨ ਨੂੰ। ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮੈਨੂੰ ਮੇਰੇ ਬਾਪੂ ਦੇ ख्वाब सारे याद ने मैनू मेरे। बहुत टाइम वेट करन तो बाद विच ते मेरी बारी आई ते उस तो बाद मैनू उन्होंने पूछा एट बोर्डिंग पास से कि सब तो पहले उन्होंने मेरे तो रिपोर्ट पूछी RT-PCR टैसट की रिपोर्ट। सैकेंडली उन्होंने मेरे तो पूछा मेरा वैक्सीनेशन सर्टिफिकेट ताकि जेह्ड़े मेरे 2 डोजेस लगे हो कि नहीं लगे। दैन उन्होंने मेरे तो सम क्वेश्चंस किए कि हाँ तुसीं कित्थे जा रहे हैं ਤੇ ਸਾਡਾ ਬੇਸਿਕਲੀ ਕੋਰਸ ਕੀ ਆ, ਉਹਦੀ ਡਿਊਰੇਸ਼ਨ ਕੀ ਆ, ਤੁਹਾਡੀ ਕਲਾਸਿਸ ਕਦੋਂ ਤੋਂ ਸਟਾਰਟ ਹੋਈ। ਸੋ 4 to 5 ਕੁਐਸਚਨਸ ਹੁੰਦੇ ਜੋ ਕਿ ਹਰ ਇੱਕ ਨੂੰ ਪੁੱਛਦੇ ਹੁੰਦੇ। ਬੇਸਿਕਲੀ ਸਟੂਡੈਂਟ ਨੂੰ ਤਾਂ ਪੁੱਛਦੇ ਹੀ ਹੁੰਦੇ ਤੇ ਉਹ ਕੁਝ ਡਾਕੂਮੈਂਟਸ ਵੀ ਪੁੱਛਦੇ ਹੁੰਦੇ ਆ। ਤੇ ਉਸ ਤੋਂ ਬਾਅਦ ਉਹਨੇ ਮੇਰਾ ਬੋਰਡਿੰਗ ਪਾਸ ਮੈਨੂੰ ਇਸ਼ੂ ਕਰ ਦਿੱਤਾ। ਤੇ ਜਿਹੜੇ ਮੇਰੇ ਬੈਗ ਸੀਗੇ 2 ਬੈਗ ਉਹ ਚੈਕਿੰਗ ਲਈ ਗਏ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਬੋਰਡਿੰਗ ਪਾਸ ਇਸ਼ੂ ਹੋਇਆ ਤੇ ਆਪਾਂ ਜਦੋਂ ਨਿਕਲ ਜਾਂਦੇ ਉੱਥੋਂ 2 ਡਿਪਾਰਚਰ ਹੁੰਦੇ ਆ। ਇੱਕ ਹੁੰਦਾ ਇੰਟਰਨੈਸ਼ਨਲ ਡਿਪਾਰਚਰ, ਦੂਜਾ ਹੁੰਦਾ ਡੋਮੈਸਟਿਕ ਡਿਪਾਰਚਰ। ਉਹ ਬਹੁਤ ਵੱਡਾ ਉੱਪਰ ਲਿਖਿਆ ਹੁੰਦਾ ਆ। ਤੇ ਬੋਰਡਿੰਗ ਪਾਸ ਮਿਲਣ ਤੋਂ ਬਾਅਦ ਮੈਂ ਸਿੱਧਾ ਹੀ ਇੰਟਰਨੈਸ਼ਨਲ ਡਿਪਾਰਚਰ ਦੇ ਵਿੱਚ ਗਈ ਤੇ ਉੱਥੇ ਫਾਈਨਲੀ ਆਉਂਦਾ ਆ ਇਮੀਗ੍ਰੇਸ਼ਨ। ਜਦੋਂ ਸਾਰਿਆਂ ਨੂੰ ਇਮੀਗ੍ਰੇਸ਼ਨ ਦਾ ਡਰ ਹੁੰਦਾ ਨਾ, ਪਤਾ ਨਹੀਂ ਕਿੱਦਾਂ ਹੋਊਗਾ ਇਹ। ਸੋ ਉਹ ਥੋੜੀ ਜਿਹੀ ਨਰਵਸਨੈਸ ਮੇਰੇ ਵਿੱਚ ਵੀ ਸੀ ਕਿ ਹਾਂ ਕਿ ਅਗਲਾ ਪ੍ਰੋਸੀਜਰ ਸਾਰਾ ਕੁਝ ਕਿੱਦਾਂ ਹੋਊਗਾ। ਨੋ ਡਾਊਟ ਮੇਰੇ ਕੋਲ ਸਾਰੇ ਡਾਕੂਮੈਂਟ ਸੀਗੇ ਬਟ ਥੋੜੇ ਮਨ ਦੇ ਵਿੱਚ ਹਰ ਇੱਕ ਦਾ ਡਾਊਟ ਹੁੰਦਾ ਆ। ਤੇ ਵਿਦਆਊਟ ਵੇਸਟਿੰਗ ਐਨੀ ਟਾਈਮ ਮੈਂ ਗਈ ਉੱਥੇ ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਆਫਿਸਰ ਕੋ। ਉੱਥੇ ਇੰਨਾ ਰੱਛ ਨਹੀਂ ਸੀਗਾ, ਮਤਲਬ
ਕਰਾਊਡ ਨਹੀਂ ਸੀਗਾ, ਬਹੁਤ ਥੋੜੇ ਹੀ ਲਾਈਨ 'ਚ ਵੀ 2-3 ਪੀਪਲ ਸੀ, ਬਿਕੋਜ਼ ਉੱਥੇ ਬਹੁਤ ਸਾਰੇ ਸੀਗੇ ਨਾ ਕੁਐਸਚਨ ਪੁੱਛਣ ਵਾਲੇ ਆਫਿਸਰ। ਸੋ ਜਦੋਂ ਮੈਂ ਗਈ ਉਹਨਾਂ ਨੇ ਮੇਰੇ ਤੋਂ ਸਿਰਫ ਇਹੀ ਪੁੱਛਿਆ ਕਿ ਤੁਸੀਂ ਫਸਟ ਟਾਈਮ ਟਰੈਵਲ ਕਰ ਰਹੇ ਆ। ਮੈਂ ਕਿਹਾ ਯੈਸ, ਤੁਹਾਡਾ ਕਾਲਜ ਕਿਹੜਾ ਆ। ਤੇ ਬਸ ਮੇਰੇ ਤੋਂ ਇਹਨਾਂ ਨੇ ਕੋਈ ਮੇਰੇ ਤੋਂ ਲੈਟਰ ਨਹੀਂ ਪੁੱਛਿਆ, ਨਾ ਕੋਈ ਮੇਰੇ ਤੋਂ ਸਰਟੀਫਿਕੇਟ ਪੁੱਛਿਆ ਜਾਂ ਹੋਰ ਕੋਈ ਫਰਦਰ ਕੁਐਸਚਨ ਪੁੱਛਿਆ। ਨਾਲੇ ਉੱਥੇ ਮੈਨੂੰ ਬਹੁਤ ਸਾਰੇ ਮੇਰੇ ਫਰੈਂਡਸ ਮਿਲੇ ਸੀ ਜੋ ਕਿ ਕਹਿ ਰਹੇ ਸੀ ਸਾਨੂੰ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਕੁਐਸਚਨ ਪੁੱਛੇ ਗਏ। ਮੇਨਲੀ ਉਹ ਸਟੂਡੈਂਟ ਤੋਂ ਕੁਐਸਚਨ ਪੁੱਛਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੁੰਦਾ ਆ, ਜਿਨ੍ਹਾਂ ਨੂੰ ਕੋਈ ਡਾਊਟ ਹੋਵੇ ਤਾਂ ਜਿਨ੍ਹਾਂ ਦੀ ਕਲਾਸਿਸ ਸਟਾਰਟ ਹੋ ਚੁੱਕੀਆਂ ਆ, ਉਹਨਾਂ ਦੇ ਕੋਈ ਇਨਰੋਲਮੈਂਟ ਲੈਟਰ ਨਾ ਹੋਵੇ, ਤੇ ਜ਼ਿਆਦਾਤਰ ਕੁਐਸਚਨ ਉਹਨਾਂ ਤੋਂ ਹੀ ਪੁੱਛਦੇ ਆ। ਤੇ ਮੇਰੇ ਤੋਂ ਸਿਰਫ 2 ਕੁਐਸਚਨ ਪੁੱਛੇ ਸੀਗੇ। ਉਸ ਤੋਂ ਬਾਅਦ ਮੇਰਾ ਸੀਗਾ ਸਿਕਿਉਰਿਟੀ ਚੈੱਕ। ਸਿਕਿਉਰਿਟੀ ਚੈੱਕ ਦੇ ਵਿੱਚ ਸਾਨੂੰ ਪਤਾ ਕੀ ਕਰਨਾ ਹੁੰਦਾ, ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀਗਾ, ਬਟ ਮੈਨੂੰ ਉੱਥੇ ਆਫਿਸਰ ਨੇ ਬਹੁਤ ਹੈਲਪ ਕੀਤੀ। ਮੈਂ ਉੱਥੇ ਜਾ ਕੇ ਜਿਹੜਾ ਮੇਰੇ ਕੋਲ 2 ਬੈਗ ਸੀਗੇ, ਇੱਕ ਸੀਗਾ ਮੇਰਾ ਲੈਪਟਾਪ ਬੈਗ ਤੇ ਦੂਜਾ ਸੀਗਾ ਮੇਰਾ ਜਿਹੜਾ ਹੈਂਡ ਬੈਗ ਹੁੰਦਾ ਜੋ ਕਿ 7 kg ਦਾ ਹੁੰਦਾ ਆ। ਜਿਹੜਾ ਹੈਂਡ ਬੈਗ ਸੀਗਾ ਉਹ ਰੈਂਡਮਲੀ ਉੱਥੇ ਰੱਖਤਾ ਮੈਂ ਚੈਕਿੰਗ ਲਈ। ਤੇ ਜਿਹੜਾ ਮੇਰਾ ਸੀਗਾ ਲੈਪਟਾਪ ਬੈਗ, ਉਹਦੇ ਵਿੱਚ ਜਿਹੜੇ ਕਿ ਇਲੈਕਟ੍ਰੋਨਿਕ ਆਈਟਮ ਸੀਗੀਆਂ, ਇੱਕ ਡਿਫਰੈਂਟ ਟਰੇ ਹੁੰਦੀ ਆ, ਸਾਨੂੰ ਆਪਣੀ ਸਾਰੀ ਇਲੈਕਟ੍ਰੋਨਿਕ ਆਈਟਮਸ ਇੱਕ ਟਰੇ 'ਚ ਰੱਖਣੀ ਪੈਂਦੀ ਆ। ਉਹਦੇ ਵਿੱਚ ਇਨਕਲੂਡਡ ਸੀਗਾ ਮੇਰਾ ਲੈਪਟਾਪ ਸੀਗਾ, ਮੇਰੇ ਚਾਰਜਰ ਸੀਗੇ, ਅਡੈਪਟਰ ਸੀਗਾ, ਹੈਡਫੋਨ ਸੀ, ਈਵਨ ਸਾਨੂੰ ਆਪਣਾ ਮੋਬਾਈਲ ਫੋਨ ਵਾਚ ਵਿੱਚ ਰੱਖਣੀ ਪੈਂਦੀ ਆ। ਇਹ ਸਾਰਾ ਕੁਝ BFS ਵਾਲੇ ਜਿਹੜੇ ਆਫਿਸਰ ਹੁੰਦੇ ਉਹ ਚੈੱਕ ਕਰਦੇ ਆ। ਉਹਦੇ ਵਿੱਚ ਕੋਈ ਵੈਪਨ ਤਾਂ ਨਹੀਂ ਹੈਗਾ, ਕਿਉਂਕਿ ਉਹਨਾਂ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਚੈੱਕ ਕਰਨਾ ਕਿ ਜਿਹੜਾ ਸਾਰਾ ਉਹ ਆਪਣੇ ਨਾਲ ਕੈਰੀ ਕਰ ਰਿਹਾ ਇੰਟਰਨੈਸ਼ਨਲ ਫਲਾਈਟ 'ਚ ਸਾਰਾ ਸਮਾਨ ਐਕੂਰੇਟ ਹੋਣਾ ਚਾਹੀਦਾ ਆ। ਤੇ ਉਸ ਤੋਂ ਬਾਅਦ ਵਿੱਚ ਇੱਕ ਲੇਡੀ ਆਫਿਸਰ ਹੁੰਦੀ ਆ, ਇੱਕ ਮੇਲ ਆਫਿਸਰ ਹੁੰਦਾ ਜੋ ਕਿ ਸਾਨੂੰ ਚੈੱਕ ਕਰਦੇ ਆ, ਹੈ ਨਾ, ਸਾਨੂੰ ਕੋਲ ਲੈ ਕੇ ਚਲ ਤੱਕ ਚੈੱਕ ਕਰਦੇ ਆ ਕਿ ਹਾਂ ਕੋਈ ਕੈਰੀ ਤਾਂ ਨਹੀਂ ਕਰ ਰਿਹਾ ਆਪਣੀ ਪੋਕਟ ਦੇ ਵਿੱਚ, ਸ਼ੂਜ਼ ਦੇ ਵਿੱਚ, ਠੀਕ ਹੈ। ਉਹਨਾਂ ਨੇ ਸਾਰਾ ਕੁਝ ਚੈੱਕ ਕਰਨਾ। ਜਦੋਂ ਸਾਰਾ ਪ੍ਰੋਸੈਸ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਆਪਣੇ ਗੇਟ ਨੰਬਰ 'ਤੇ ਜਾਣਾ ਹੁੰਦਾ, ਠੀਕ ਹੈ। ਫਿਰ ਆਉਂਦਾ ਜਿਹੜਾ ਮੇਨ 에ਅਰਪੋਰਟ ਹੁੰਦਾ। ਓ ਮਾਈ ਗੋਡ, ਇੱਥੇ ਮਤਲਬ ਸਾਰਾ ਕੁਝ ਹੁੰਦਾ। ਉਹ 에ਅਰਪੋਰਟ 'ਤੇ ਹਰ ਸ਼ੌਪ ਹੁੰਦੇ, ਬਹੁਤ ਸਾਰੇ ਸ਼ੋਰੂਮ ਹੁੰਦੇ ਆ, ਬਟ ਉੱਥੇ ਜਿਹੜਾ ਕਿ ਮਟੀਰੀਅਲ ਹੁੰਦਾ ਆ ਬਹੁਤ ਐਕਸਪੈਂਸਿਵ ਹੁੰਦਾ ਆ। ਹਾਂਜੀ, ਮੈਂ ਬਹੁਤ ਸੁਣਿਆ ਸੀ, ਈਵਨ ਮੈਂ ਵੀਡੀਓ 'ਚ ਦੇਖਿਆ ਵੀ ਸੀਗਾ ਕਿ ਹੈ ਨਾ ਉੱਥੇ ਸ਼ੋਰੂਮ ਆ, ਉੱਥੇ ਬਹੁਤ ਮਟੀਰੀਅਲ ਮਿਲਦਾ, ਹਰ ਇੱਕ ਵੈਰਾਈਟੀ ਮਿਲਦੀ ਆ, ਕਲੋਥਸ, ਪਰਫਿਊਮ, ਜਵੈਲਰੀ, ਸਾਰਾ ਕੁਝ, ਰਿਫਰੈਸ਼ਮੈਂਟ। ਬਟ ਜਦੋਂ ਮੈਂ ਦੇਖਿਆ, ਓ ਮਾਈ ਗੋਡ, ਬਹੁਤ ਜ਼ਿਆਦਾ ਲਗਜ਼ੂਰੀਅਸ ਸੀਗਾ ਸਾਰਾ ਕੁਝ। ਮੈਨੂੰ ਇੱਦਾਂ ਲੱਗਦਾ ਸੀ ਕਿ ਹਾਂ ਇੱਥੇ ਹੀ ਕੈਨੇਡਾ ਆ, ਮੈਂ ਕੈਨੇਡਾ ਆ ਗਈ ਹਾਂ ਜਿੱਦਾਂ। ਉਹ ਬਹੁਤ ਵਧੀਆ ਲੱਗਾ ਮੈਨੂੰ, ਬਿਕੋਜ਼ ਟਾਈਮ ਮੇਰੇ ਤੋਂ ਥੋੜ੍ਹਾ ਸੀਗਾ, ਇਸ ਲਈ ਮੈਂ ਕਿਤੇ ਵਿਜ਼ਿਟ ਨਹੀਂ ਕੀਤੀ, ਨਾ ਹੀ ਮੈਂ ਕੁਝ ਪਰਚੇਜ਼ ਕੀਤਾ ਅਤੇ ਨਾ ਹੀ ਮੈਂ ਕੁਝ ਖਾਧਾ, ਕਿਉਂਕਿ ਟਾਈਮ ਬਹੁਤ ਲਿਮਿਟਡ ਸੀਗਾ। ਸੋ ਮੈਂ ਆਪਣਾ ਟਾਈਮ ਵੇਸਟ ਨਹੀਂ ਕੀਤਾ ਅਤੇ ਮੈਂ ਫਟਾਫਟ ਆਪਣੇ ਗੇਟ ਨੰਬਰ ਵੱਲ ਚਲੀ ਗਈ। ਜਦੋਂ ਮੈਂ ਗੇਟ ਨੰਬਰ 'ਤੇ ਗਈ ਅਤੇ ਉਹਨਾਂ ਨੇ ਮੇਰੇ ਤੋਂ ਮੇਰਾ ਬੋਰਡਿੰਗ ਪਾਸ ਲਿਆ ਅਤੇ ਮੇਰੇ ਤੋਂ ਪਾਸਪੋਰਟ ਦੇਖਿਆ, ਅਤੇ ਫਿਰ ਮੈਨੂੰ ਉਹਨਾਂ ਨੇ ਇੱਕ ਮਾਸਕ ਦਿੱਤਾ, ਉਹ ਕੋਵਿਡ-19 ਦਾ, ਅਤੇ ਹੈਂਡ ਸੈਨੀਟਾਈਜ਼ਰ ਦਿੱਤਾ, ਕਿਉਂਕਿ 에ਅਰ ਇੰਡੀਆ ਸੀਗੇ ਅਤੇ ਉਹ ਸਾਰੇ ਇਸ਼ੂ ਕਰਦੇ ਹੁੰਦੇ ਆ। ਅਤੇ ਉਸ ਤੋਂ ਬਾਅਦ ਮੈਂ ਆਪਣੀ ਸੀਟ ਨੰਬਰ 'ਤੇ ਗਈ ਅਤੇ ਮੈਨੂੰ ਥੋੜ੍ਹਾ ਡਿਫੀਕਲਟ ਲੱਗ ਰਿਹਾ ਸੀ ਸੀਟ ਨੰਬਰ ਲੱਭਣਾ, ਕਿਉਂਕਿ ਜਿਹੜਾ ਮੇਰਾ ਪਲੇਨ ਸੀਗਾ ਬਹੁਤ ਵੱਡਾ ਸੀਗਾ। ਅਤੇ ਉਸ ਤੋਂ ਬਾਅਦ 'ਚ ਮੇਰੀ ਹੈਲਪ ਕੀਤੀ ਕਿਸੇ ਨੇ, ਅਤੇ ਫਿਰ ਮੈਂ ਥੋੜ੍ਹਾ ਜਿਹਾ ਪੈਨਿਕਸ ਹੋ ਗਈ ਉਸ ਮੂਮੈਂਟ 'ਤੇ, ਬਿਕੋਜ਼ ਫਸਟ ਟਾਈਮ ਐਕਸਪੀਰੀਅੰਸ ਸੀਗਾ ਨਾ। ਅਤੇ ਫਿਰ ਮੈਂ ਆਪਣੀ ਸੀਟ 'ਤੇ ਬੈਠ ਕੇ ਸਾਰਾ ਕੁਝ ਕੀਤਾ, ਵੀਡੀਓਜ਼ ਬਣਾਈ, ਇੰਜੋਏ ਕੀਤਾ ਸਾਰਾ, ਮਤਲਬ ਫਸਟ ਟਾਈਮ ਐਕਸਪਲੋਰ ਕੀਤਾ। ਅਤੇ ਸਭ ਤੋਂ ਮੇਨ ਗੱਲ, ਅਤੇ ਮੈਂ ਇਹ ਗੱਲ ਤੋਂ ਬਹੁਤ ਹੈਪੀ ਸੀ ਕਿ ਮੈਨੂੰ ਵਿੰਡੋ ਸੀਟ ਅਲੋਟ ਹੋਈ ਆ, ਬਿਕੋਜ਼ ਸਾਰਿਆਂ ਦਾ ਫਸਟ ਟਾਈਮ ਐਕਸਪੀਰੀਅੰਸ ਹੁੰਦਾ, ਸਾਰੇ ਇਹੀ ਚਾਹੁੰਦੇ ਆ ਕਿ ਹਾਂ ਸਾਨੂੰ ਵਿੰਡੋ ਸੀਟ ਮਿਲੇ, ਉੱਥੇ ਜਾ ਕੇ ਆਪਾਂ ਵੀਡੀਓਜ਼ ਬਣਾਈਏ, ਪੋਸਟ ਕਰੀਏ, ਹਰ ਇੱਕ ਕੋਈ ਚਾਹੁੰਦਾ ਆ। ਸੋ ਮੈਨੂੰ ਵੀ ਵਿੰਡੋ ਸੀਟ ਹੀ ਮਿਲੀ ਸੀਗੀ, ਅਤੇ ਉੱਥੇ ਬਹਿ ਕੇ ਮੈਂ ਸਭ ਤੋਂ ਪਹਿਲਾਂ ਪਿਕਸ ਕਲਿੱਕ ਕੀਤੀਆਂ, ਆਪਣੀ ਵੀਡੀਓ ਬਣਾਈ, ਸਾਰਾ ਕੁਝ ਦੇਖਿਆ ਕਿ ਹਾਂ ਹੁਣ ਰੀਅਲੀ ਉਹ ਦਿਨ ਆ ਹੀ ਗਿਆ ਜਦੋਂ ਆਪਾਂ ਪਲੇਨ 'ਚ ਬੈਠੇ ਆ ਨਾ। ਅਤੇ ਇਹ ਸੀਗਾ ਮੇਰਾ ਐਕਸਪੀਰੀਅੰਸ। ਅਤੇ ਜੇ ਸਰਕਾਰਾਂ ਚੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ। ਜੇ ਸਰਕਾਰਾਂ ਚੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ। ਜੇ ਨਾ ਪੈੜਾਂ ਲੱਗੀਆਂ ਹੁੰਦੀਆਂ ਦੂਰ ਦਰਾਡਿਆਂ ਰਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ।
सब दी इत्थे कोई ना कोई मजबूरी है, कोई परदेसी घर नहीं छड्डदा चावां नूं। ਤੇ ਉਸ ਤੋਂ ਬਾਅਦ ਚ ਫਾਈਨਲੀ 16 ਆਵਰਸ ਬਾਅਦ, ਜੋ ਕਿ ਅੱਧਾ ਦਿਨ ਬਹੁਤ ਲੰਬਾ ਟਾਈਮ ਸੀਗਾ, ਬਹੁਤ ਔਖਾ ਸਪੈਂਡ ਕੀਤਾ, ਬਟ ਮੈਂ ਸੌਂ ਗਈ ਸੀ। ਫਿਰ ਮੈਂ ਵੀਡੀਓ ਦੇਖਣ ਲੱਗ ਪਈ ਸੀਗੀ। ਤੇ ਉਸ ਤੋਂ ਬਾਅਦ ਚ ਫਾਈਨਲੀ ਅਰਾਈਵ ਹੋਏ ਇਨ ਟੋਰਾਂਟੋ। ਉਦੋਂ ਟਾਈਮ ਹੋਇਆ ਸੀਗਾ 9:30 ਇਨ ਕੈਨੇਡਾ, 9:30 AM ਇਨ ਕੈਨੇਡਾ ਔਨ 26 ਜਨਵਰੀ ਮੇਰਾ ਪਲੇਨ ਲੈਂਡ ਹੋਇਆ ਇਨ ਟੋਰਾਂਟੋ। ਤੇ ਉੱਥੇ ਦਾ ਹੁਣ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਐਕਸਪਲੇਨ ਕਰਨ ਲੱਗੀ ਹਾਂ ਕਿ ਉੱਥੇ ਦਾ ਕੀ ਸਾਨੂੰ ਕਰਨਾ ਹੁੰਦਾ। ਜਦੋਂ ਹੀ ਮੇਰਾ ਪਲੇਨ ਲੈਂਡ ਹੋਇਆ, ਮੈਂ ਆਪਣੇ ਪਲੇਨ ਤੋਂ ਬਾਹਰ ਗਈ। ਸਭ ਤੋਂ ਪਹਿਲਾਂ ਤਾਂ ਸਾਨੂੰ ਬਹੁਤ ਤੁਰਨਾ ਪੈਂਦਾ ਆ। ਉੱਥੇ 2 ਲਿਖੇ ਹੁੰਦੇ ਆ, ਇੱਕ ਹੁੰਦੇ ਆ ਅਰਾਈਵਲ, ਇੱਕ ਹੁੰਦੇ ਆ ਕਨੈਕਸ਼ਨ। ਜੇ ਤੁਸੀਂ ਕੋਈ ਕਨੈਕਟਿੰਗ ਫਲਾਈਟ ਫਾਈਂਡਿੰਗ ਅੱਗੇ ਤੁਹਾਡੀ ਕੋਈ ਹੋਰ ਫਲਾਈਟ ਆ ਨਾ ਤਾਂ ਉੱਥੇ, ਬਟ ਮੇਰਾ ਨਹੀਂ ਸੀਗਾ, ਮੈਂ ਤਾਂ ਹੁਣ ਟੋਰਾਂਟੋ ਹੀ ਜਾਣਾ ਸੀਗਾ। ਤੇ ਸਭ ਤੋਂ ਪਹਿਲਾਂ ਉੱਥੇ ਆਪਾਂ ਆਈ ਥਿੰਕ 30 ਮਿੰਟਸ ਦੀ ਵਾਕ ਹੁੰਦੀ ਆ, ਵਿੱਚ ਐਕਸਲੇਟਰ ਹੁੰਦੇ ਆ, ਵਾਕ ਹੁੰਦੇ ਆ, ਬਹੁਤ ਵੱਡਾ 에ਅਰਪੋਰਟ ਹੁੰਦਾ ਤੇ ਸਾਨੂੰ। ਉਸ ਤੋਂ ਬਾਅਦ ਇੱਕ ਆ ਜਾਂਦੀ ਹੁੰਦੀ ਆ ਕਿ ਬਹੁਤ ਵੱਡੀ ਲਾਈਨ ਹੁੰਦੀ ਆ, ਉੱਥੇ ਹੁੰਦੀ ਆ ਇੱਕ ਸਕੈਨਿੰਗ ਮਸ਼ੀਨ ਹੁੰਦੀ ਆ। ਸਾਨੂੰ ਆਪਣਾ ਪਾਸਪੋਰਟ, ਬਹੁਤ ਸਾਰੇ ਹੁੰਦੀਆਂ, ਉਹਨਾਂ ਦੀ ਖੇਤ ਹੁੰਦੀ ਆ, ਉੱਥੇ ਸਾਰੇ ਆਪਣਾ ਆਪਣਾ ਕਰਦੇ ਹੁੰਦੇ ਆ, ਬਹੁਤ ਸਾਰੇ ਹੁੰਦੀਆਂ। ਤੇ ਈਵਨ ਉੱਥੇ ਆਫਿਸਰ ਵੀ ਹੁੰਦੇ ਸਾਡੀ ਹੈਲਪ ਕਰਨ ਨੂੰ, ਕਿ ਕਈਆਂ ਨੂੰ ਨਹੀਂ ਪਤਾ ਲੱਗਦਾ ਨਾ ਕਿੱਦਾਂ ਸਕੈਨ ਕਰਨਾ, ਕਿੱਦਾਂ ਪ੍ਰੋਸੈਸ ਕਰਨਾ, ਕਿੱਦਾਂ ਆਨਸਰ ਦੇਣੇ ਆ। ਸੋ ਜਦੋਂ ਹੀ ਮੈਂ ਉੱਥੇ ਪਹਿਲਾਂ ਮਸ਼ੀਨ 'ਤੇ ਗਈ, ਉਹ ਸਕੈਨਿੰਗ ਮਸ਼ੀਨ 'ਤੇ, ਸਭ ਤੋਂ ਪਹਿਲਾਂ ਮੈਂ ਆਪਣਾ ਪਾਸਪੋਰਟ ਸਕੈਨ ਕੀਤਾ। ਉਹਨਾਂ ਨੇ ਮੇਰੇ ਤੋਂ 3-4 ਕੁਐਸਚਨ ਪੁੱਛੇ ਕਿ ਤੁਸੀਂ ਫਸਟ ਟਾਈਮ ਟਰੈਵਲ ਕਰ ਰਹੇ ਆ, ਤੁਹਾਡੇ ਕਾਲਜ ਦੀ ਡਿਊਰੇਸ਼ਨ ਕਿੰਨੀ ਆ, ਤੁਸੀਂ 2 ਇਅਰਸ ਲੈ ਕੇ ਆਏ, ਡਿਪਲੋਮਾ ਲੈ ਕੇ ਆਏ ਆ। ਅਤੇ ਉਹਨਾਂ ਨੇ ਮੇਰੇ ਤੋਂ ਥੋੜ੍ਹੇ ਬਹੁਤੇ ਕੁਐਸਚਨਸ ਪੁੱਛੇ ਕਿ ਤੁਹਾਡੇ ਕੋਲ ਕੋਈ ਇੱਦਾਂ ਦਾ ਕੋਈ ਇਕਵਿਪਮੈਂਟ ਤਾਂ ਨਹੀਂ ਆ, ਤੁਸੀਂ ਕਿਹੜੇ ਕੰਟਰੀ ਤੋਂ ਟਰੈਵਲ ਕਰ ਰਹੇ ਆ। ਇੱਦਾਂ ਦੇ 4 ਤੋਂ 5 ਕੁਐਸਚਨ ਸੀਗੇ, ਜੋ ਕਿ ਕੁਐਸਚਨ ਪੁੱਛਣ ਤੋਂ ਬਾਅਦ ਸਾਨੂੰ ਇੱਕ ਰਸੀਟ ਦੇਣੇ ਹੁੰਦੇ ਆ। ਉਹ ਰਸੀਟ ਸਕੈਨਿੰਗ ਮਸ਼ੀਨ ਤੋਂ ਨਿਕਲਦੀ ਹੁੰਦੀ ਆ, ਉਹ ਸਾਨੂੰ ਲੈ ਕੇ ਜਾਣਾ ਹੁੰਦਾ ਅੱਗੇ ਹੈ ਨਾ। ਮੇਨਲੀ 2-3 ਆਫਿਸਰ ਹੁੰਦੇ ਆ, ਉਹਨਾਂ ਦੇ ਵੀ ਰੈਕ ਬਣੇ ਹੁੰਦੇ, ਕਾਲਮ ਹੁੰਦੇ, ਆਪਾਂ ਜਾਣਾ ਹੁੰਦਾ। ਹੁਣ ਜਿੱਦਾਂ COVID-19 ਚੱਲ ਰਿਹਾ ਆ, ਇਸ ਲਈ ਸਾਨੂੰ ਸਾਰੇ ਪ੍ਰੋਸੈਸ ਨੂੰ ਬਹੁਤ ਟਾਈਮ ਲੱਗ ਰਿਹਾ ਆ, ਕਿਉਂਕਿ ਹੁਣ ਸਾਨੂੰ ਡਿਸਟੈਂਸ ਮੇਨਟੇਨ ਕਰਨਾ ਪੈਂਦਾ, ਜਿੱਦਾਂ ਕਿ ਹੈ ਨਾ 5 ਫੀਟ ਦਾ ਡਿਸਟੈਂਸ ਮੇਨਟੇਨ ਕਰਨਾ ਪੈਂਦਾ ਆ। ਇਸ ਲਈ ਸਾਨੂੰ ਥੋੜ੍ਹਾ ਟਾਈਮ ਲੱਗ ਜਾਂਦਾ ਆ, ਬਟ ਫਿਰ ਵੀ ਉਹ ਕੰਮ ਮਤਲਬ ਟਾਈਮ ਨਾਲ ਹੋ ਗਿਆ ਸੀਗਾ। ਤੇ ਜਦੋਂ ਹੀ ਮੈਂ ਨੈਕਸਟ ਆਫਿਸਰ ਕੋਲ ਗਈ, ਉਹਨਾਂ ਨੇ ਮੇਰਾ ਪਾਸਪੋਰਟ ਲਿਆ, ਤੇ ਪਾਸਪੋਰਟ 'ਤੇ ਮੈਨੂੰ ਕੋਈ ਸਟੈਂਪ ਲਗਾਉਂਦੇ ਹੁੰਦੇ ਆ। ਉਹਨਾਂ ਕੋਲ ਬੇਸਿਕਲੀ 2 ਸਟੈਂਪ ਹੁੰਦੇ, ਮੈਨੂੰ ਆਲਰੇਡੀ ਪਤਾ ਸੀ, ਮੈਂ ਇੰਡੀਆ ਤੋਂ ਦੇਖ ਕੇ ਆਈ ਸੀਗੀ ਵੀਡੀਓ। ਤੇ 2 ਸਟੈਂਪ ਹੁੰਦੇ, ਇੱਕ ਹੁੰਦਾ ਪਿੰਕ ਤੇ ਇੱਕ ਹੁੰਦਾ ਗ੍ਰੀਨ। ਤੇ ਮੈਂ ਜਿੰਨਾ ਦੇਖਿਆ, ਉਹ ਗ੍ਰੀਨ ਸਟੈਂਪ ਕਿਸੇ ਦੇ ਨਹੀਂ ਲਗਾ ਰਹੇ ਸੀਗੇ। ਗ੍ਰੀਨ ਸਟੈਂਪ ਦਾ ਮੀਨਿੰਗ ਇਹ ਹੁੰਦਾ ਆ ਕਿ ਤੁਹਾਡਾ ਜਿਹੜਾ ਕੋਵਿਡ ਟੈਸਟ ਆ ਉਹ ਨਹੀਂ ਹੋਣਾ, ਜੋ ਕਿ ਉਹ ਕਿਸੇ ਦਾ ਲਗਾ ਨਹੀਂ ਰਹੇ ਸੀਗੇ। ਤੇ ਪਿੰਕ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੁਸੀਂ ਜਾਣਾ, ਤੁਹਾਡਾ ਕੋਵਿਡ ਟੈਸਟ ਹੋਣਾ, ਜਦੋਂ ਤੁਸੀਂ 에ਅਰਪੋਰਟ ਤੋਂ ਐਕਸਿਟ ਕਰਨਾ ਆ। ਸੋ ਮੇਰੇ ਨਾਲ ਜਿੰਨੇ ਸੀਗੇ ਸਾਰਿਆਂ ਦੇ ਪਿੰਕ ਸਟੀਕਰ ਲੱਗਿਆ ਸੀ, ਮੈਨੂੰ ਸੀਗਾ ਕਿ ਹਾਏ ਮੇਰੇ ਗ੍ਰੀਨ ਲੱਗ ਰਿਹਾ, ਬਟ ਮੇਰੇ ਵੀ ਪਿੰਕ ਸਟੀਕਰ ਲੱਗਾ ਸੀਗਾ। ਤੇ ਮੈਂ ਕਿਹਾ ਚੱਲ ਕੋਈ ਨਹੀਂ, ਹੁਣ ਅਗਲਾ ਪ੍ਰੋਸੀਜਰ ਦੇਖਦੇ ਹਾਂ, ਕਿਉਂਕਿ ਮੇਨਲੀ ਦਾ ਜਿਹੜਾ ਸਾਡਾ ਸੀਗਾ ਉਹ ਤਾਂ ਇਮੀਗ੍ਰੇਸ਼ਨ ਸੀਗਾ ਤੇ ਸਟੱਡੀ ਪਰਮਿਟ ਲੈਣਾ ਸੀਗਾ। ਤੇ ਉਸ ਤੋਂ ਬਾਅਦ 'ਚ ਮੈਂ ਉਹ ਵਾਲੀ ਲਾਈਨ 'ਚ ਲੱਗੀ। 5 ਮਿੰਟਸ ਦੀ ਵਾਕ ਤੋਂ ਬਾਅਦ ਜਿੱਥੇ ਇਮੀਗ੍ਰੇਸ਼ਨ ਹੁੰਦੀ ਆ, ਇਮੀਗ੍ਰੇਸ਼ਨ ਨੂੰ ਮੈਨੂੰ ਵੀ ਹਾਫ ਐਨ ਆਵਰ ਲੱਗ ਗਿਆ ਸੀਗਾ ਉੱਥੇ, ਕਿਉਂਕਿ ਮੇਨਲੀ ਜਿਹੜੇ ਹੁੰਦੇ ਸਟੂਡੈਂਟ ਹੀ ਆਉਂਦੇ ਹੁੰਦੇ ਉੱਥੇ। ਤੇ ਹਾਫ ਐਨ ਆਵਰ ਦੇ ਵਿੱਚ ਮੈਨੂੰ ਇੱਕ ਆਫਿਸਰ ਨੇ ਬੁਲਾਇਆ, ਤੇ ਮੈਨੂੰ ਉਹਨਾਂ ਨੇ ਸਿਰਫ ਇੱਕ ਕੁਐਸਚਨ ਪੁੱਛਿਆ ਕਿ ਤੁਹਾਡਾ ਕਾਲਜ ਕਿਹੜਾ ਆ। ਤੇ ਮੈਂ ਆਪਣੇ ਕਾਲਜ ਦਾ ਨਾਮ ਦੱਸਿਆ, ਦੈਟ ਇਜ਼ ਨਾਇਆਗਰਾ ਕਾਲਜ ਟੋਰਾਂਟੋ ਕੈਂਪਸ। ਤੇ ਉਹਨਾਂ ਨੇ ਮੇਰੇ ਤੋਂ ਮੇਰਾ ਪੁੱਛਿਆ ਆਫਰ ਲੈਟਰ, ਦੈਟ ਇਜ਼ ਲੈਟਰ ਆਫ ਐਕਸੈਪਟੈਂਸ। ਮੈਂ ਉਹਨਾਂ ਨੂੰ ਆਫਰ ਲੈਟਰ ਆਪਣਾ ਹੈਂਡਲ ਕਰ ਦਿੱਤਾ, ਤੇ ਉਹਨਾਂ ਨੇ ਵਿਦਿਨ 5 to 10 ਮਿੰਟ ਸਾਰਾ ਕੁਝ ਰਿਸਰਚ ਕੀਤਾ ਆਫਰ ਲੈਟਰ ਬਾਰੇ ਮੇਰੇ, ਕਿ ਮੇਰਾ ਕਾਲਜ ਇਹ ਇਸ ਡੇਟ ਤੋਂ ਸਟਾਰਟ ਹੋਇਆ ਆ। ਤੇ ਇਸ ਤੋਂ ਬਾਅਦ ਉਹਨਾਂ ਨੇ ਮੈਨੂੰ 10 ਮਿੰਟਸ ਬਾਅਦ ਮੇਰਾ ਸਟੱਡੀ ਪਰਮਿਟ ਮੈਨੂੰ ਇਸ਼ੂ ਕਰ ਦਿੱਤਾ, ਜੋ ਕਿ ਸਾਰਾ ਲਿਖਿਆ ਸੀਗਾ ਉੱਤੇ ਕਿ ਮੇਰੀ ਜਿਹੜੀ ਸਟਾਰਟਿੰਗ ਆ ਕੋਰਸ ਦੀ ਕਦੋਂ ਆ ਤੇ ਐਂਡ ਕਦੋਂ ਆ, ਡਿਊਰੇਸ਼ਨ ਲਿਖੀ ਸੀਗੀ। ਤੇ ਉਸ ਤੋਂ ਬਾਅਦ ਮੇਰਾ ਆਲਰੇਡੀ ਸਾਰਾ ਕੁਝ ਹੋ ਚੁੱਕਾ ਸੀਗਾ। ਇਹੀ ਮੇਨ ਚੀਜ਼ ਹੁੰਦੀ ਹੈ ਇਮੀਗ੍ਰੇਸ਼ਨ, ਜੋ ਕਿ ਸਾਨੂੰ ਸਟੱਡੀ ਪਰਮਿਟ ਜਿਹੜਾ ਸਾਡਾ ਮੇਨ ਇੱਥੇ ਦਾ ਡਾਕੂਮੈਂਟ ਹੁੰਦਾ ਹੈ, ਉਹ ਜਦੋਂ ਮਿਲ ਜਾਂਦਾ ਸਾਡਾ ਸਾਰਾ ਪ੍ਰੋਸੀਜਰ ਕੰਪਲੀਟ ਹੋ ਜਾਂਦਾ ਆ। ਉਸ ਤੋਂ ਬਾਅਦ 5 ਮਿੰਟਸ ਦੀ ਵਾਕ ਤੋਂ ਬਾਅਦ ਤੇ ਉੱਥੇ ਜਿਹੜੇ ਚੈਕਿੰਗ ਲਈ ਬੈਗ ਗਏ ਹੁੰਦੇ ਹੁਣ ਉਹ ਚੱਕਣੇ ਹੁੰਦੇ ਆ। ਤੇ ਮੇਰੇ ਮੇਨਲੀ 2 ਬੈਗ ਸੀਗੇ ਜਿਹੜੇ ਚੈਕਿੰਗ ਲਈ ਸੀਗੇ, ਠੀਕ ਹੈ। ਉੱਥੇ 2 ਰੈਕ ਬਣੇ ਹੁੰਦੇ ਆ, ਬੈਗ ਆਟੋਮੈਟਿਕਲੀ ਰੋਟੇਟ ਹੋ ਕੇ ਉਸ ਜਗ੍ਹਾ 'ਤੇ ਆਉਂਦੇ ਰਹਿੰਦੇ ਆ। ਜਦੋਂ ਹੀ ਮੈਂ ਗਈ ਆਪਣੀ ਟਰੋਲੀ ਲੈ ਕੇ, ਮੇਰਾ ਬੈਗ ਆਲਰੇਡੀ ਆ ਰਿਹਾ ਸੀਗਾ। ਤੇ ਤੁਹਾਨੂੰ ਪਤਾ ਹੀ ਆ ਬੈਗ ਕਿੰਨੇ ਹੈਵੀ ਹੁੰਦੇ ਆ, ਤੇ ਮੈਂ ਬੜੀ ਮੁਸ਼ਕਿਲ ਨਾਲ ਆਪਣਾ ਫਰਸਟ ਬੈਗ ਲਿਆ। ਨੋ ਡਾਊਟ ਆਪਾਂ ਹੈਲਪ ਕਿਸ ਤੋਂ ਲੈ ਸਕਦੇ ਆ, ਬਟ ਐਟ ਦੈਟ ਮੂਮੈਂਟ ਕੋਈ ਸੀਗਾ ਨਹੀਂ ਉੱਥੇ ਸੀਗੇ, ਬਟ ਓਲਡ ਏਜ ਪੀਪਲ ਸੀ ਤੇ ਬਹੁਤ ਛੋਟੇ ਥੋੜੇ ਸੀਗੇ ਯੰਗ ਪੀਪਲ ਸੀ, ਤੇ ਮੈਂ ਕਿਸ ਤੋਂ ਹੈਲਪ ਲੈਣੀ ਜ਼ਰੂਰੀ ਨਹੀਂ ਸਮਝੀ। ਤੇ ਮੈਂ ਆਪਣਾ ਹੀ ਜਿਹੜਾ ਬੈਗਸ ਪਹਿਲਾਂ ਚੁੱਕਿਆ, ਤੇ ਉਸ ਤੋਂ ਬਾਅਦ 15 to 20 ਮਿੰਟਸ ਮੈਂ ਵੇਟ ਕੀਤੀ ਆਪਣੇ ਦੂਜੇ ਬੈਗ ਲਈ, ਤੇ ਉਹ ਬਹੁਤ ਟਾਈਮ ਲਿਆ, ਉਹਨੇ ਆਇਆ ਨਹੀਂ।
ਫਿਰ ਉਹਦੇ 2 ਰੈਕ ਸੀ ਨਾ ਜਿੱਦਾਂ ਮੈਂ ਤੁਹਾਨੂੰ ਦੱਸਿਆ। ਫਿਰ ਮੈਂ ਬਾਅਦ 'ਚ ਦੂਜੇ 'ਤੇ ਗਈ ਤੇ ਉੱਥੇ ਫਾਈਨਲੀ 5 ਮਿੰਟਸ ਵੇਟ ਕਰਨ ਤੋਂ ਬਾਅਦ ਮੇਰਾ ਬੈਗ ਆ ਗਿਆ। ਮੈਂ ਉਹ ਵੀ ਲਿਆ, ਟਰੋਲੀ 'ਤੇ ਰੱਖਿਆ, ਆਪਣੇ ਸਾਰੇ ਡਾਕੂਮੈਂਟ ਵਿੱਚ ਪਾਏ ਐਂਡ ਸੇਫ ਜਗ੍ਹਾ 'ਤੇ ਰੱਖੇ ਤੇ ਫਿਰ ਮੈਂ ਚੱਲ ਗਈ ਅੱਗੇ। ਜਦੋਂ ਮੈਂ ਐਗਜ਼ਿਟ ਕਰਨ ਲੱਗੀ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਹੁਣ ਆਪਣਾ ਪਹਿਲਾਂ ਪਾਸਪੋਰਟ ਦਿਖਾਓ, ਬਿਕੋਜ਼ ਜਿਹੜਾ ਪਾਸਪੋਰਟ ਹੁੰਦਾ ਉਹ 'ਤੇ ਸਟੈਂਪ ਲੱਗਾ ਸੀਗਾ ਮੇਰੇ ਪਿੰਕ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ। ਤੇ ਉਹਨੇ ਮੈਨੂੰ ਕਿਹਾ ਕਿ ਤੁਸੀਂ ਐਗਜ਼ਿਟ ਨਹੀਂ ਜਾਣਾ, ਤੁਸੀਂ ਇੱਧਰਲੀ ਸਾਈਡ ਰਾਹੀਂ ਜਾਓ। ਫਿਰ ਮੈਨੂੰ ਪਤਾ ਸੀ ਕੋਵਿਡ ਟੈਸਟ ਹੋਣਾ ਆ। ਹੁਣ ਜਿਹੜਾ ਕੋਵਿਡ ਟੈਸਟ ਹੋਣਾ ਉਹਲੇ ਸਾਨੂੰ ਕੀ ਕਰਨਾ ਪੈਂਦਾ, ਜਦੋਂ ਆਪਾਂ ਲਾਈਨ 'ਚ ਲੱਗ ਜਾਂਦੇ ਆ ਟੈਸਟ ਵਾਲੀ ਲਾਈਨ 'ਚ, ਸਭ ਤੋਂ ਪਹਿਲਾਂ ਸਾਨੂੰ ਔਨਲਾਈਨ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ ਆਪਣੀ ਕੋਵਿਡ-19 ਟੈਸਟ ਦੀ। ਜਦੋਂ ਵੀ ਆਪਾਂ ਲਾਈਨ 'ਚ ਲੱਗਦੇ ਆ ਬਹੁਤ ਸਾਰੇ ਦੋਨੋਂ ਪਾਸੇ ਹੁੰਦੇ ਆ ਬਾਰਕੋਡ ਹੁੰਦੇ ਜੋ ਕਿ ਆਪਾਂ ਸਕੈਨ ਕਰਨੇ ਹੁੰਦੇ ਆ। ਜਦੋਂ ਆਪਾਂ ਉਹਨਾਂ ਨੂੰ ਸਕੈਨ ਕਰ ਲੈਂਦੇ ਆ ਤਾਂ ਉੱਥੇ ਇੱਕ ਸਾਨੂੰ ਡਾਕੂਮੈਂਟ ਹੁੰਦਾ ਆ ਹੈ ਨਾ, ਵੱਡਾ ਜਿਹਾ ਫਿਲ ਕਰਨਾ ਪੈਂਦਾ। ਤੁਹਾਡਾ ਨਾਮ ਕੀ ਹੈ, ਤੁਹਾਡਾ ਐਡਰੈਸ ਕੀ, ਤੁਸੀਂ ਕਿੱਥੋਂ ਵਿਜ਼ਿਟ ਕਰ ਰਹੇ ਹੋ, ਤੁਸੀਂ ਕਰੰਟਲੀ ਇੱਥੇ ਕਿੱਥੇ ਰਹਿਣਾ, ਜਦੋਂ ਕਿ ਤੁਹਾਡੀ ਕੋਵਿਡ ਦੀ ਰਿਪੋਰਟ ਆਵੇ ਆਪਾਂ ਤੁਹਾਨੂੰ ਦੇ ਸਕੀਏ ਤੇ ਤੁਹਾਨੂੰ ਮੇਲ ਰਾਹੀਂ ਸੈਂਡ ਕਰ ਸਕੀਏ। ਮੇਲ ਆਈਡੀ ਪੁੱਛੀ, ਫੋਨ ਨੰਬਰ ਪੁੱਛਿਆ, ਸਾਰਾ ਕੁਝ ਉਹਨਾਂ ਦੀ ਇਨਫੋਰਮੇਸ਼ਨ ਲੈਣ ਤੋਂ ਬਾਅਦ ਆਪਾਂ ਆਪਣੇ ਆਪ ਨੂੰ ਰਜਿਸਟਰ ਕਰ ਲੈਂਦੇ ਆ ਟੈਸਟ ਦੇ ਲਈ। ਸੋ ਜਿਹੜੇ ਉੱਥੇ ਹੁੰਦੇ ਆ ਮੈਡੀਕਲ ਟੀਮ, ਉਹ ਸਾਨੂੰ ਸਭ ਤੋਂ ਪਹਿਲਾਂ ਕਿੱਟ ਪ੍ਰੋਵਾਈਡ ਕਰਦੀ ਆ ਸਾਰੇ ਟੈਸਟ ਦੀ। ਜਦੋਂ ਕਿੱਟ ਪ੍ਰੋਵਾਈਡ ਕਰ ਲਈ, ਰਾਈਟ ਹੈਂਡ ਸਾਈਡ ਦੀ ਆ ਜੋ ਕਿ ਸਾਡਾ ਟੈਸਟ ਕਰਦੇ ਆ। ਆਪਾਂ ਉੱਥੇ ਜਾਣਾ, ਸਭ ਤੋਂ ਪਹਿਲਾਂ ਸਾਡਾ ਉਹਨਾਂ ਨੇ ਪੁੱਛਣਾ ਕਿ ਹਾਂ ਤੁਸੀਂ ਠੀਕ ਹੈ, ਤੁਹਾਨੂੰ ਕੋਈ ਸਿੰਪਟਮ ਤਾਂ ਨਹੀਂ ਹੈਗੇ, ਤੇ ਬਾਅਦ ਵਿੱਚ ਸਾਡਾ ਟੈਸਟ ਕਰਦੇ ਆ। ਉਹ ਵਿਦਿਨ 2 to 3 ਮਿੰਟ ਟੈਸਟ ਹੋ ਜਾਂਦਾ, ਬਹੁਤ ਜਲਦੀ ਕਰਦੇ ਆ ਨਾ। ਇੰਦਰ ਤੇ ਫਿਰ ਵੀ ਟਾਈਮ ਲੱਗ ਜਾਂਦਾ, ਬਟ ਇੱਧਰ 2 to 3 ਮਿੰਟ 'ਚ ਮੇਰਾ ਟੈਸਟ ਹੋ ਗਿਆ। ਤੇ ਉਸ ਤੋਂ ਬਾਅਦ ਫਾਈਨਲੀ ਸਾਰਾ ਕੁਝ ਹੋ ਗਿਆ ਸੀ, ਮੈਂ ਫ੍ਰੀ ਸੀ ਤੇ ਮੈਂ ਬਹੁਤ ਜ਼ਿਆਦਾ ਟਾਇਰਡ ਸੀਗੀ ਕਿਉਂਕਿ ਇੰਨਾ ਸਫ਼ਰ 16 ਆਰ ਪਲੇਨ 'ਚ 8 ਆਵਰਸ ਉੱਥੇ ਦਿੱਲੀ ਤੋਂ, ਹੁਣ ਇੱਥੇ ਫਿਰ 3 to 5 ਆਵਰਸ ਇੱਥੇ ਲੱਗ ਗਏ। ਸੋ ਮੈਂ ਬਹੁਤ ਜ਼ਿਆਦਾ ਟਾਇਰਡ ਸੀਗੀ। ਸੋ ਜਦੋਂ ਹੀ ਮੈਂ ਬਾਹਰ ਗਈ, ਐਗਜ਼ਿਟ ਕੀਤੀ ਏਅਰਪੋਰਟ ਤੋਂ, ਤੇ ਮੇਰੀ ਕਜ਼ਨ ਉਹਨਾਂ ਨੇ ਮੈਨੂੰ ਰਿਸੀਵ ਕੀਤਾ। ਤੇ ਇਹ ਸਾਰਾ ਸੀਗਾ ਮੇਰਾ ਪ੍ਰੋਸੀਜਰ ਜਦੋਂ ਮੈਂ ਗਈ ਸੀਗੀ ਇੰਡੀਆ ਟੂ ਕੈਨੇਡਾ। ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ। If you like this video, please don't forget to give it a big thumbs up. Thank you so much. Please subscribe my channel. Goodbye. Take care.